ਵੀਡੀਓ ਨੂੰ ਦੇਖ ਰਹੇ ਸਾਰੇ ਹੀ ਵਿਦਿਆਰਥੀਆਂ ਦਾ ਸਾਇੰਸ ਸੋਲੂਸ਼ਨ ਚੈਨਲ ਵਿੱਚ ਸਵਾਗਤ ਹੈ। ਮੈਂ ਸਤਨਾਮ ਸਿੰਘ। ਅੱਜ ਅਸੀਂ 9ਵੀਂ ਕਲਾਸ ਦੇ ਵਿੱਚ ਜੋ ਸਾਇੰਸ ਦਾ ਪੈਸ ਦਾ ਟੈਸਟ ਹੋਇਆ ਹੈ 2 ਅਤੇ 3 ਸਤੰਬਰ ਨੂੰ ਉਸ ਨੂੰ ਡਿਸਕਸ ਕਰਾਂਗੇ। ਫਸਟ ਕੁਐਸਚਨ ਹੈ, ਪਰਮਿੰਦਰ said to Sukhvinder that there are two important elements present in molecule of water. Name the elements present in water. ਪਰਮਿੰਦਰ ਨੇ ਸੁਖਵਿੰਦਰ ਨੂੰ ਕਿਹਾ ਕਿ ਪਾਣੀ ਦੇ ਅਣੂ ਵਿੱਚ ਦੋ ਮਹੱਤਵਪੂਰਨ ਤੱਤ ਹੁੰਦੇ ਹਨ। ਪਾਣੀ ਦੇ ਅਣੂ ਵਿੱਚ ਮੌਜੂਦ ਤੱਤਾਂ ਦੇ ਨਾਮ ਕੀ ਹਨ? ਪਿਆਰੇ ਬੱਚਿਓ, ਜਿਵੇਂ ਤੁਹਾਨੂੰ ਪਤਾ ਹੈ ਕਿ ਪਾਣੀ ਦੇ ਅਣੂ ਦਾ ਫਾਰਮੂਲਾ H2O ਹੈ। ਇਸ ਲਈ ਇਸ ਵਿੱਚ ਮੌਜੂਦ ਤੱਤ ਹਾਈਡਰੋਜਨ ਅਤੇ ਆਕਸੀਜਨ ਹਨ। ਸੈਕੰਡ ਕੁਐਸਚਨ ਹੈ, the teacher explained that brain controls the activities of our body in the same way which organ in the cell works like brain. ਅਧਿਆਪਕ ਨੇ ਦੱਸਿਆ ਕਿ ਸਾਡੇ ਸਰੀਰ ਦੀਆਂ ਗਤੀਵਿਧੀਆਂ ਦਿਮਾਗ ਕੰਟਰੋਲ ਕਰਦਾ ਹੈ। ਉਸੇ ਤਰ੍ਹਾਂ ਸੈੱਲ ਦਾ ਕਿਹੜਾ ਅੰਗ ਦਿਮਾਗ ਦਾ ਕੰਮ ਕਰਦਾ ਹੈ? ਪਿਆਰੇ ਬੱਚਿਓ, ਅਗਰ ਇਸ ਦੀਆਂ ਆਪਸ਼ਨਸ ਦੇਖੀਏ ਤਾਂ ਵੈਕਿਊਲ, ਰਸਤਾਨੀ, ਨਿਊਕਲੀਅਸ, ਕੇਂਦਰਕ, ਪਲਾਸਟਿਡ ਨੂੰ ਪਲਾਸਟਿਡੀ ਕਿਹਾ ਜਾਂਦਾ ਹੈ, ਨਨ ਆਫ ਅਬਵ। ਤਾਂ ਪਿਆਰੇ ਬੱਚਿਓ, ਕੇਂਦਰਕ ਨੂੰ ਸੈੱਲ ਦਾ ਦਿਮਾਗ ਕਿਹਾ ਜਾਂਦਾ ਹੈ। ਇਸ ਲਈ ਸੈਕਿੰਡ ਕੁਐਸਚਨ ਦਾ ਆਨਸਰ ਕੇਂਦਰਕ ਹੈ। The teacher told the students about initial and final velocity and told that these were denoted by dash and dash respectively. ਅਧਿਆਪਕ ਨੇ ਬੱਚਿਆਂ ਨੂੰ ਮੁੱਢਲੇ ਵੇਗ ਅਤੇ ਅੰਤਿਮ ਵੇਗ ਬਾਰੇ ਦੱਸਿਆ ਅਤੇ ਕਿਹਾ ਕਿ ਇਹਨਾਂ ਨੂੰ ਡੈਸ਼ ਅਤੇ ਡੈਸ਼ ਨਾਲ ਕ੍ਰਮਵਾਰ ਦਰਸਾਇਆ ਜਾਂਦਾ ਹੈ। ਪਿਆਰੇ ਬੱਚਿਓ, ਮੁੱਢਲੇ ਵੇਗ ਨੂੰ U ਦੇ ਨਾਲ ਅਤੇ ਅੰਤਿਮ ਵੇਗ ਨੂੰ V ਨਾਲ ਦਰਸਾਇਆ ਜਾਂਦਾ ਹੈ। ਇਸ ਲਈ ਇਸ ਦੀ ਸਹੀ ਆਨਸਰ ਫਸਟ ਆਪਸ਼ਨ ਹੈ। ਫੋਰਥ ਕੁਐਸਚਨ ਹੈ ਬੱਚਿਓ, ਵਿਚ ਇਜ਼ ਦਾ ਹਾਰਡੈਸਟ ਟਿਸ਼ੂ ਇਨ ਹਿਊਮਨ ਬਾਡੀ? ਮਨੁੱਖੀ ਸਰੀਰ ਦਾ ਸਭ ਤੋਂ ਸਖਤ ਟਿਸ਼ੂ ਕਿਹੜਾ ਹੈ? ਸਾਡੇ ਕੋਲ ਆਪਸ਼ਨਸ ਹਨ, ਬਲੱਡ, ਇਨੇਮਲ, ਸਕਿਨ ਭਾਵ ਚਮੜੀ, ਨਰਵ ਭਾਵ ਨਾੜੀਆਂ। ਤਾਂ ਮਨੁੱਖੀ ਸਰੀਰ ਦਾ ਸਭ ਤੋਂ ਸਖਤ ਭਾਗ ਇਨੇਮਲ ਹੁੰਦਾ ਹੈ। ਇਨੇਮਲ ਦੰਦਾਂ ਦੇ ਬਾਹਰਲੇ ਪਾਸੇ ਜੋ ਚਮਕਦਾਰ ਪਰਤ ਹੈ ਉਸ ਨੂੰ ਇਨੇਮਲ ਕਿਹਾ ਜਾਂਦਾ ਹੈ। ਅ ਗਰਲ ਇਜ਼, ਫਿਫਥ ਕੁਐਸਚਨ ਹੈ, ਅ ਗਰਲ ਇਜ਼ whirling a stone tied with the string which force keeps the stone to move in circular motion. ਇੱਕ ਲੜਕੀ ਰੱਸੀ ਨਾਲ ਪੱਥਰ ਬੰਨ੍ਹ ਕੇ ਘੁਮਾ ਰਹੀ ਹੈ। ਪੱਥਰ ਦੀ ਚੱਕਰਾਕਾਰ ਗਤੀ ਕਿਸ ਬਲ ਕਾਰਨ ਹੈ? ਆਪਸ਼ਨਸ ਹਨ, ਸੈਂਟਰੀਪੀਟਲ ਫੋਰਸ, ਕੇਂਦਰਮੁਖੀ ਬਲ, ਮੈਗਨੈਟਿਕ ਫੋਰਸ ਚੁੰਬਕੀ ਬਲ ਜੋ ਕਿ ਇਸ ਦਾ ਆਨਸਰ ਨਹੀਂ ਹੈ, ਫੋਰਸ ਆਫ ਫ੍ਰਿਕਸ਼ਨ ਰਗੜ ਬਲ ਉਹ ਵੀ ਇਸ ਦਾ ਆਨਸਰ ਨਹੀਂ ਹੈ, ਫੋਰਸ ਆਫ ਗ੍ਰੈਵਿਟੀ ਗੁਰੂਤਾਕਰਸ਼ਣ ਬਲ ਇਹ ਵੀ ਇਸ ਦਾ ਆਨਸਰ ਨਹੀਂ ਹੈ। ਤਾਂ ਇਸ ਦਾ ਆਨਸਰ ਹੈ ਜੋ ਪੱਥਰ ਨੂੰ ਉਸਦੇ ਕੇਂਦਰ ਵੱਲ ਬਣਾਈ ਰੱਖਦਾ ਹੈ ਉਹ ਹੈ ਸੈਂਟਰੀਪੀਟਲ ਫੋਰਸ ਭਾਵ ਕੇਂਦਰਮੁਖੀ ਬਲ। ਛੇਵਾਂ ਕੁਐਸਚਨ ਹੈ, ਟੀਚਰ ਐਕਸਪਲੇਨਡ ਅਬਾਊਟ ਦ ਡਿਫਰੈਂਸ ਬਿਟਵੀਨ ਐਲੀਮੈਂਟ ਐਂਡ ਕੰਪਾਊਂਡ ਇਨ ਦ ਕਲਾਸ। ਟੀਚਰ ਆਸਕ ਰਾਮ ਦੈਟ ਵਟ ਇਜ਼ ਮੀਥੇਨ। ਅਧਿਆਪਕ ਨੇ ਕਲਾਸ ਵਿੱਚ ਵਿਦਿਆਰਥੀਆਂ ਨੂੰ ਤੱਤ ਅਤੇ ਯੌਗਿਕ ਵਿੱਚ ਅੰਤਰ ਬਾਰੇ ਸਮਝਾਇਆ। ਅਧਿਆਪਕ ਨੇ ਰਾਮ ਤੋਂ ਪੁੱਛਿਆ ਕਿ ਮੀਥੇਨ ਕਿਆ ਹੈ? ਪਿਆਰੇ ਬੱਚਿਓ, ਮੀਥੇਨ ਦੇ ਵਿੱਚ ਮੀਥੇਨ ਇੱਕ ਕੰਪਾਊਂਡ ਹੈ, ਇੱਕ ਯੌਗਿਕ ਹੈ। ਇਸ ਵਿੱਚ ਇੱਕ ਕਾਰਬਨ ਅਤੇ 4 ਹਾਈਡਰੋਜਨ ਦੇ ਐਲੀਮੈਂਟ ਜੁੜੇ ਹੋਏ ਹੁੰਦੇ ਹਨ। ਇਸ ਲਈ ਉਸ ਦਾ ਜਵਾਬ ਮੀਥੇਨ ਇੱਕ ਕੰਪਾਊਂਡ ਹੋਵੇਗਾ। ਸੈਵਨਥ ਕੁਐਸਚਨ ਹੈ, ਰੋਹਿਤ ਇਜ਼ ਮੂਵਿੰਗ along circular path of a radius r. How much is his displacement after half cycle?
ਰੋਹਿਤ ਅਰਧ ਵਿਆਸ ਵਾਲੇ ਚੱਕਰਾਕਾਰ ਪਥ ਦੁਆਲੇ ਘੁੰਮ ਰਿਹਾ ਹੈ। ਅਰਧ ਚੱਕਰ ਵਿੱਚ ਉਸ ਦਾ ਵਿਸਥਾਪਨ ਕਿੰਨਾ ਹੋਵੇਗਾ? ਪਿਆਰੇ ਬੱਚਿਓ, ਵਿਸਥਾਪਨ ਤੋਂ ਭਾਵ ਮੁੱਢਲੇ ਅਤੇ ਅੰਤਮ ਬਿੰਦੂ ਵਿਚਕਾਰ ਘੱਟ ਤੋਂ ਘੱਟ ਦੂਰੀ ਤੋਂ ਹੈ। ਇਸ ਅਰਧ ਚੱਕਰ ਵਿੱਚ A ਤੋਂ B ਵਿਚਕਾਰਲੀ ਦੂਰੀ r ਜਮਾ r ਹੈ, ਭਾਵ 2r ਵਿਸਥਾਪਨ ਹੋਵੇਗਾ। 8ਵਾਂ ਕੁਐਸਚਨ ਹੈ, ਸ਼ਾਮ ਮਦਰ ਵਾਸ ਮੇਕਿੰਗ ਮਸ਼ਰੂਮ ਇਨ ਡਿਨਰ। He told his mother that this belongs to fungi kingdom. Identify which characteristic from the following. ਸ਼ਾਮ ਦੀ ਮਾਂ ਖਾਣੇ ਵਿੱਚ ਮਸ਼ਰੂਮ ਬਣਾ ਰਹੀ ਸੀ। ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਇਹ ਫੰਜਾਈ, ਇਹ ਉੱਲੀ ਜਗਤ ਨਾਲ ਸੰਬੰਧ ਰੱਖਦੇ ਹਨ। ਹੇਠਾਂ ਦਿੱਤੇ ਵਿੱਚੋਂ ਫੰਜਾਈ ਦੇ ਲੱਛਣ ਕਿਹੜੇ ਹਨ? ਆਪਸ਼ਨਸ ਹਨ ਯੂਨੀਸੈਲੂਲਰ ਯੂਕੈਰੀਓਟਿਕ ਭਾਵ ਇੱਕ ਸੈਲੀ ਯੂਕੈਰੀਓਟ, ਯੂਨੀਸੈਲੂਲਰ ਪ੍ਰੋਕੈਰੀਓਟ ਇੱਕ ਸੈਲੀ ਪ੍ਰੋਕੈਰੀਓਟ, ਮਲਟੀਸੈਲੂਲਰ ਪ੍ਰੋਕੈਰੀਓਟ ਬਹੁਸੈਲੀ ਪ੍ਰੋਕੈਰੀਓਟ, ਸੈਪਰੋਫਾਈਟ ਯੂਕੈਰੀਓਟ ਮ੍ਰਿਤ ਆਹਾਰੀ ਯੂਕੈਰੀਓਟ। तो इसका आंसर सैप्रोफाइट यूकैरियोट है। सैप्रोफाइट भाव मृत आहारी, मरिया हुई गले हुए पदार्थों के उपर उगती है, मरे हुए गले हुए पदार्थों को अपना भोजन के तौर पर खाती है। और यूकैरियोट का मतलब है कि इस दे विच केंद्रक अते निकड़े अंग मौजूद होंदे हैं। 9वां क्वेश्चन है, वन डे सुरेश फादर फायर्ड विद हिज गन इन द एयर। Firstly, he told the gun tightly with his shoulder. What is the phenomenon behind this? तो सुरेश के पिता ने एक बंदूक नाल हवा विच गोली चलाई। उसने पहला बंदूक नूं अपने मोढे नाल कस के पकड़िया। इस पिछे किहड़ा नियम काम कर रहा है? ऑप्शनस हन फर्स्ट लॉ ऑफ मोशन, गति का पहला नियम, सैकेंड लॉ ऑफ मोशन, गति का दूसरा नियम, थर्ड लॉ ऑफ मोशन, गति का तीजा नियम, नन ऑफ अबव, उपरोक्त विचों कोई नहीं। अगर इस क्वेश्चन नूं बच्चों थोड़ा जिहा ध्यान नाल पढ़ो तो इस विच जदों बंदूक का ट्रिगर दबाया जाता है तो गोली अगे वल नूं चलेगी, जबकि बंदूक पिछे नूं हटेगी। तो ये न्यूटन का गति का तीसरा नियम है, थर्ड लॉ ऑफ मोशन है। एवरी एक्शन हैज़ इक्वल एंड ओपोजिट रिएक्शन। हर एक क्रिया की उल्ट अते बराबर प्रतिक्रिया होंदी है। 10th अते लास्ट क्वेश्चन है, Ahan places a cardboard over a glass and put a coin on it. When he pushes the cardboard with his finger in the straight line, the coin fell into the glass. What is the reason behind this? आहान ने एक गिलास ते गत्ता रख के एक सिक्का रखिया। जदों गत्ते दे टुकड़े नूं उंगली नाल तेज गति नाल सीधी लेटवीं दिशा विच तेज झटका दिता तां सिक्का गिलास विच डिग पिया। इसका की कारण हो सकता है? तो ऑप्शंस है कॉइन इज़ हैवी, सिक्का भारा है, कार्डबोर्ड इज़ लाइट, गत्ता हल्का है, ड्यू टू इनर्शिया, जड़ता कारण, ऑल ऑफ अबव, उपरोक्त सारे। तो प्यारे बच्चों, जदों गत्ते नूं उंगली नाल झटका दिता जाता है तो उस झटके दे नाल गत्ता तां गति विच आ जाता है, परंतु उस उपर पिया हुआ सिक्का अपनी जड़ता कारण उस अवस्था विच रहिंदा है, जिस कार ये सिक्का उस गिलास विच डिग जाता है। इसलिए इसका आंसर ड्यू टू इनर्शिया भाव जड़ता कारण है। इस वीडियो नूं देखण लई बहुत बहुत धन्यवाद।